बार सर्व कला समरथ डोलण ते राखो प्रभु नानक दे कर हथ जेता जियो पिंड सब तेरा तू अंतर जामी पुरख भगवान दासन दास कह जन नानक जेहा तू कराए तेहा हूँ करी वख्यान। परम सन्मान योग जुग हो जुग अटल सतगुरु तन तन गुरु ग्रंथ साहिब महाराज जी दी पावन पवित्र हजूरी अंदर सुबाईमान कोई बैठे गुरु सवारी सत संगी जनों वडभागी हो। सतगुरां दी अपार बख्शिश रहमत सदका अमृत वेले दे दीवाना अंदर जुड़ बैठ संगती रूप अंदर मिल के नितनेम बाणी दा जाप कीता है। सतगुरु बख्शिश रहमत करन गाविया सुनिया हिरदियां दा शिंगार बन जाए। इस घर दे अंदर बिताइयां हुईयां घड़ियां साडियां सफलियां हो जान। गुरु तेग बहादुर साहिब जी दे 400 साला आगमन पुरब दियां खुशियां नूं समर्पित जो इन्हां दीवाना अंदर जुड़ बैठ आपां सतगुरु दी पावन बाणी विचों सतगुरां दे दर्शन दीदार करन दा यतन कर रहे हां। कल आपां बचन सरवण कर रहे सां। गुरु तेग बहादुर साहिब नौवें सतगुरु इस मनुख नूं 84 दे सरदार नूं समझा रहे सन कि उस अकाल पुरख दी बख्शिश रहमत सदका ये बड़ा सोहना शरीर मिलिया। इस शरीर दे नाल नाल जिथे दुनिया दे काम कर रहे उथे उस करते नूं भी चेते कर लै जिसने सारी एडी वड्डी बख्शिश तेरे उपर कीती हुई कि सुंदर घर दी दात भी बख्शी है। दुनियावी सुख जिहड़े हन ਉਹ भी सारे उस करते ने बख्शे हुए ने ते इन्ने सुख लैके उस करते नूं क्यों नहीं चेते करदा। आरजा उम्र घटदी जा रही है। दुनिया दे लोकां दा धन्नवाद दुनिया दा शुकराना करके बहुतात इसे अंदर ही मस्त हो जाना है। कदी करते दा भी शुकराना कर लिया कर ताकि संसार दे अंदर आया होया साडा सफला हो जाए। सतगुरु जी ने जो अगे बख्शिश रहमत कीती इन्हां बचनां नूं विचारन तो पहला रसना नूं पवित्र करदे होए असीस बख्शदियां प्यार सत्कार नाल उच्चारण करो जी। सतनाम वाहिगुरु जी।
सब सुख दाता राम है, दूसर नाहिन कोय। कहो नानक सुन रे मना, ते सिमरत गत होए। जे सिमरत गत पाईऐ, तेह पजरे ते मीत। कहो नानक सुन रे मना, औद घटत है मीत। जे सिमरत गत पाईऐ, ते पजरे ते मीत। कहो नानक सुन रे मना, औद घटत है नीत। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਦੋ ਸ਼ਲੋਕ ਜੋ ਆਪਾਂ ਪਾਠ ਰੂਪ ਅੰਦਰ ਸਰਵਣ ਕੀਤੇ ਹਨ, ਇਹਨਾਂ ਅੰਦਰ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ, ਕਹਿਣ ਲੱਗੇ ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਕਉ ਨਾਨਕ ਸੁਨ ਰੇ ਮੰਨਾ, ਤੇ ਸਿਮਰਤ ਗਤ ਹੋਏ। ਕਿ ਇਹ ਦੁਨੀਆ ਅੰਦਰ ਵਿਚਰਨ ਵਾਲੇ ਇਨਸਾਨ, ਸਾਰੇ ਹੀ ਸੁੱਖਾਂ ਨੂੰ ਦੇਣ ਵਾਲਾ ਉਹ ਦਾਤਾ, ਉਹ ਪਰਮੇਸ਼ਰ ਆਪ ਹੈ। ਨਾਲ ਹੀ ਕਹਿ ਰਹੇ ਨੇ ਦੂਸਰ ਨਾਹਿਨ ਕੋਏ, ਦੂਸਰਾ ਕੋਈ ਨਹੀਂ। ਦੁਨੀਆ ਅੰਦਰ ਇੱਕ ਦੂਸਰੇ ਨਾਲ ਹੱਥ ਵੰਡਾਇਆ ਜਾ ਸਕਦਾ ਹੈ, ਦੁਨੀਆ ਨਾਲ ਇੱਕ ਦੂਸਰੇ ਦੇ ਕੰਮ ਸਾਂਝੇ ਕੀਤੇ ਜਾ ਸਕਦੇ ਨੇ, ਪਰ ਕਹਿਣ ਲੱਗੇ ਸਦੀਵ ਕਾਲ ਲਈ ਜੇ ਸੁੱਖ ਦੇਣ ਵਾਲਾ ਕੋਈ ਹੈ ਤੇ ਉਹ ਰਾਮ, ਉਹ ਪਰਮਾਤਮਾ ਹੈ। ਕਉ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਕਿ ਹੇ ਮੇਰੇ ਮਨਾ, ਜੇ ਉਸ ਨੂੰ ਸਿਮਰੇਗਾ ਤਾਂ ਹੀ ਤੇਰਾ ਪਾਰ ਉਤਾਰਾ ਹੋਣਾ ਹੈ। ਦੋਨੋਂ ਸ਼ਲੋਕ ਆਪਾਂ 9 ਨੰਬਰ ਅਤੇ 10 ਨੰਬਰ ਸਰਵਣ ਕੀਤੇ ਹਨ। ਇਹਨਾਂ ਦੋਨਾਂ ਹੀ ਸ਼ਲੋਕਾਂ ਅੰਦਰ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਨ ਨੂੰ ਹੀ ਸੰਬੋਧਨ ਕਰ ਰਹੇ ਨੇ ਕਿ ਐ ਮਨਾ, ਤੇਰੇ ਤੋਂ ਬਿਨਾ ਬਾਤ ਕੋਈ ਨਹੀਂ ਬਣਨੀ। ਤੇਰੇ ਅੰਦਰ ਇੰਨੀ ਵੱਡੀ ਤਾਕਤ, ਇੰਨੀ ਵੱਡੀ ਸ਼ਕਤੀ ਹੈ ਕਿ ਜਿਹੜੇ ਸੰਸਾਰ ਦੇ ਵਿੱਚੋਂ ਪ੍ਰਾਣੀ ਚਲੇ ਗਏ, ਤੂੰ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਤਾਕਤ ਰੱਖਦਾ ਹੈ। ਜਦੋਂ ਵੀ ਘਰ ਅੰਦਰ ਸਾਡੇ ਕਿਤੇ ਖੁਸ਼ੀ ਆ ਜਾਏ, ਗਮੀ ਆ ਜਾਏ, ਜਿਹੜੇ ਪ੍ਰਾਣੀ ਸਾਡੇ ਘਰ ਵਿੱਚੋਂ ਚਲੇ ਗਏ ਹੁਣ ਵੱਡੇ ਵਡੇਰੇ, ਇਹ ਮਨ ਤਾਂ ਸਾਡਾ ਉਹਨਾਂ ਦੇ ਨਾਲ ਵੀ ਗੱਲਾਂ ਕਰੀ ਜਾਂਦਾ ਹੈ ਕਿ ਜੇ ਅੱਜ ਤੂੰ ਇਸ ਖੁਸ਼ੀ ਅੰਦਰ ਸਾਡੇ ਘਰ ਹੁੰਦਾ ਤੇ ਸਾਡੇ ਘਰ ਦੀ ਰੌਣਕ ਜਿਹੜੀ ਸੀ ਹੋਰ ਵਧੇਰੇ ਹੋ ਜਾਣੀ ਸੀ। ਸਰੀਰਕ ਤੌਰ ਤੇ ਤਾਂ ਉਹ ਪ੍ਰਾਣੀ ਸਾਹਮਣੇ ਨਹੀਂ, ਪਰ ਮਨ ਜਿਹੜਾ ਹੈ ਉਹ ਗਏ ਹੋਏ ਪ੍ਰਾਣੀਆਂ ਦੇ ਨਾਲ ਵੀ ਗੱਲਾਂ ਬਾਤਾਂ ਕਰੀ ਜਾਂਦਾ ਹੈ। ਸਾਹਿਬ ਨੇ ਪਾਵਨ ਬਾਣੀ ਅੰਦਰ ਇਸ ਮਨ ਨੂੰ ਫਿਟਕਾਰ ਵੀ ਬੜੀ ਪਾਈ ਤੇ ਇਸ ਮਨ ਦੇ ਨਾਲ ਪਿਆਰ ਵੀ ਬੜਾ ਕੀਤਾ, ਕਿਉਂਕਿ ਮਨ ਤੋਂ ਬਿਨਾ ਇਹ ਅੰਦਰ ਦੀ ਖੇਡ ਜਿਹੜੀ ਹੈ ਇਹ ਖੇਡੀ ਨਹੀਂ ਜਾਣੀ। ਸਤਿਗੁਰੂ ਨੇ ਜਦੋਂ ਕੁਝ ਫਿਟਕਾਰ ਪਾਈ, ਕਹਿਣ ਲੱਗੇ ਸੁਣ ਮਨ ਅੰਧੇ ਮੂਰਖ ਗਵਾਰ, ਆਵਤ ਜਾਤ ਲਾਜ ਨਹੀਂ ਲਾਗੈ, ਬਿਨ ਗੁਰ ਬੂਢੈ ਬਾਰੋ ਬਾਰ। ਕਿ ਐ ਮੇਰੇ ਮਨ ਸ਼ਰਮ ਨਹੀਂ ਆਉਂਦੀ, ਕਦੀ ਉਸ ਅਸਲੇ ਨੂੰ ਕਰਤੇ ਨੂੰ ਚੇਤੇ ਹੀ ਤੋਂ ਕੋਈ ਨਹੀਂ ਕਰਦਾ। ਤੇ ਜਦੋਂ ਸਤਿਗੁਰੂ ਜੀ ਨੇ ਪਿਆਰ ਦੇ ਨਾਲ ਆਵਾਜ਼ ਮਾਰੀ, ਫਿਰ ਕਹਿਣ ਲੱਗੇ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਕਦੀ ਸਤਿਗੁਰੂ ਪਿਆਰ ਦੇ ਨਾਲ, ਕਦੀ ਸਤਿਗੁਰੂ ਜੀ ਕਿਤੇ ਕਿਤੇ ਕੁਝ ਤਾੜਨਾ ਵੀ ਕਰ ਦਿੰਦੇ ਨੇ, ਕਿਉਂਕਿ ਮਨ ਤੋਂ ਬਿਨਾ ਇਹ ਬਾਤ ਕੋਈ ਨਹੀਂ ਬਣਨੀ।
ਇਹਨਾਂ ਵੀ 2 ਸ਼ਲੋਕਾਂ ਅੰਦਰ ਸਾਹਿਬ ਜੀ ਨੇ ਮਨ ਨੂੰ ਹੀ ਆਵਾਜ਼ ਮਾਰੀ, ਕਹਿਣ ਲੱਗੇ ਸਭ ਸੁਖ ਦਾਤਾ RAM ਹੈ, ਦੂਸਰ ਨਾ ਕਿਨ ਕੋਏ। ਦੇਖੋ ਬਚਨ ਧਿਆਨ ਦੇ ਨਾਲ ਕਿਤੇ ਪੜ੍ਹੀਏ ਤੇ ਅਰਥ ਜਿਹੜੇ ਹਨ ਵੈਸੇ ਹੀ ਸਪਸ਼ਟ ਹੋ ਜਾਂਦੇ ਨੇ, ਕਿਉਂਕਿ ਸਤਿਗੁਰੂ ਦੀ ਪਾਵਨ ਬਾਣੀ ਨੂੰ ਜਦੋਂ ਪੜ੍ਹਦੇ ਆ ਤੇ ਵੱਖ-ਵੱਖ ਭਾਸ਼ਾਵਾਂ ਦੇ ਅੰਦਰ ਸਤਿਗੁਰੂ ਜੀ ਨੇ ਹਰ ਭਗਤ ਸਾਹਿਬਾਨ ਜਾਂ ਗੁਰੂ ਨਾਨਕ ਸਾਹਿਬ ਜਗਤ ਦੇ ਅੰਦਰ ਜਿੱਥੇ ਜਿੱਥੇ ਵੀ ਵਿਚਰੇ ਹਨ ਉਸ ਇਲਾਕੇ ਅੰਦਰ ਉਹੋ ਜੀ ਬੋਲੀ ਅੰਦਰ ਗੱਲ ਕਰਨੀ ਪੈ ਗਈ। ਜੇ ਭਗਤ ਸਾਹਿਬਾਨਾਂ ਦੇ ਕਿਤੇ ਬੋਲ ਪੜ੍ਹਦੇ ਆ, ਭਗਤ ਨਾਮਦੇਵ ਜੀ ਮਹਾਰਾਸ਼ਟਰ ਦੀ ਧਰਤੀ ਤੇ ਰਹਿਣ ਵਾਲੇ ਨੇ ਤੇ ਜਦੋਂ ਉਹਨਾਂ ਦੇ ਬੋਲ ਪੜ੍ਹੇ ਜਾਂਦੇ ਨੇ ਤੇ ਸਾਰੀ ਬਾਣੀ ਉਹਨਾਂ ਦੀ ਉਸ ਵਿੱਚ ਮਰਾਠੀ ਭਾਸ਼ਾ ਵੀ ਜਿਹੜੀ ਹੈ ਉਹ ਸਾਨੂੰ ਮਿਲ ਜਾਂਦੀ ਹੈ। ਜਦੋਂ ਆਪਾਂ ਬਚਨ ਸਾਹਿਬ ਦੇ ਪੜ੍ਹਦੇ ਹਾਂ ਕਿ ਪਹਿਲ ਪੁਰਸਾਬਰਾ ਅਥੋਨ ਪ੍ਰਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਇਹ ਸਾਰੀ ਮਰਾਠੀ ਭਾਸ਼ਾ ਹੈ। ਪਰ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਪਾਵਨ ਬਾਣੀ ਨੂੰ ਪੜ੍ਹਦੇ ਆ ਤੇ ਇਹ ਸਾਰੀ ਪਾਵਨ ਬਾਣੀ ਸਾਹਿਬ ਜੀ ਦੀ ਹਿੰਦੀ ਭਾਸ਼ਾ ਅਤੇ ਬ੍ਰਿਜ ਭਾਸ਼ਾ ਦੇ ਅੰਦਰ ਉਚਾਰੀ ਗਈ। ਇਹ ਵੱਖਰੀ ਗੱਲ ਕਿ ਲਿਪੀ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰਮੁਖੀ ਹੀ ਹੈ, ਪਰ ਇਹ ਪਿੱਛੋਂ ਤੇ ਸ਼ਬਦ ਜਿਹੜੇ ਹਨ ਉਹ ਹਿੰਦੀ ਦੇ ਵਿੱਚੋਂ ਹੀ ਆ ਰਹੇ ਨੇ, ਕਿਉਂਕਿ ਉਸ ਵਕਤ ਸਮੇਂ ਦਾ ਜਿਹੜਾ ਬਾਦਸ਼ਾਹ ਹੈ ਉਹ ਔਰੰਗਜ਼ੇਬ, ਜਿਸ ਸੰਬੰਧੀ ਕੱਲ ਵੀ ਆਪਾਂ ਵਿਚਾਰ ਰਹੇ ਸਾਂ ਕਿ ਉਹ ਕਿਸੇ ਦਾ ਵੀ ਸਕਾ ਨਹੀਂ ਬਣਿਆ, ਉਸਨੇ ਇਸ ਭਾਰਤੀਆਂ ਦੇ ਉੱਪਰ ਬੜੀ ਵੱਡੀ ਬਿਪਤਾ ਪਾਈ ਹੋਈ ਏ। ਇਹਨਾਂ ਨੂੰ ਧਰਮ ਤਬਦੀਲ ਕਰਨ ਦੇ ਅੰਦਰ ਲੱਗਾ ਹੋਇਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜਗਤ ਦੇ ਅੰਦਰ ਜਿੱਥੇ ਵੀ ਕਿਤੇ ਵਿਚਰਦੇ ਨੇ, ਕਿਉਂਕਿ ਸਭ ਤੋਂ ਲੰਬਾ ਟੂਰ ਜਿਹੜਾ ਹੈ ਉਹ ਇਸ ਜਗਤ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ। ਉਹਨਾਂ ਤੋਂ ਬਾਅਦ ਦੂਸਰੇ, ਤੀਸਰੇ, ਚੌਥੇ, ਪੰਜਵੇਂ ਪਾਤਸ਼ਾਹ ਇਹ ਪੰਜਾਬ ਤੋਂ ਬਾਹਰ ਕਿਤੇ ਬਹੁਤਾ ਦੂਰ ਨਹੀਂ ਗਏ, ਪਰ ਜਿਸ ਵਕਤ ਛੇਵੇਂ ਪਾਤਸ਼ਾਹ ਦਾ ਜ਼ਿਕਰ ਆਉਂਦਾ ਹੈ ਉਹ ਵੀ ਕੁਝ ਯੂਪੀ ਦਾ ਇਲਾਕਾ ਨਾਨਕ ਮਤੇ ਵਾਲਾ ਪਾਸਾ ਕਹਿ ਲਈਏ, ਇਸ ਪਾਸੇ ਵੱਲ ਕੁਝ ਕੁ ਸਮਾਂ ਵਿਚਰੇ ਹਨ, ਜ਼ਿਆਦਾ ਦੂਰ ਇਹ ਛੇਵਾਂ ਜਾਮਾ ਵੀ ਸਤਿਗੁਰੂ ਕਿਤੇ ਨਹੀਂ ਗਏ। ਪਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਹੀ ਐਸੇ ਗੁਰੂ ਹਨ ਜਿਹੜੇ ਦੂਰ ਦੂਰ ਤੱਕ ਅਸਾਮ ਦੀ ਧਰਤੀ ਤੇ ਵੀ ਪਹੁੰਚ ਕੇ ਉੱਥੇ ਪਏ ਹੋਏ ਉਹ ਰਾਜਿਆਂ ਦੇ ਕਲੇਸ਼, ਉਹ ਰਾਜਿਆਂ ਦੇ ਝਗੜਿਆਂ ਨੂੰ ਨਿਬੇੜਦੇ ਨੇ ਤੇ ਸਤਿਗੁਰੂ ਜਿੱਥੇ ਵੀ ਜਾਂਦੇ ਹਨ ਹਿੰਦੂ ਧਰਮ ਨੂੰ ਹੌਸਲਾ ਦਿੰਦੇ ਜਾਂਦੇ ਨੇ ਕਿ ਦੇਖੋ ਤੁਹਾਡੇ ਹੀ ਇਹ ਗ੍ਰੰਥ ਕਹਿ ਰਹੇ ਨੇ ਕਿ ਉਸਨੇ ਗਨਕਾ ਦੀ ਰੱਖ ਲਈ, ਉਸਨੇ ਅਜਾਮਲ ਦੀ ਰੱਖ ਲਈ, ਉਸਨੇ ਇੱਕ ਹਾਥੀ ਦੀ ਕੀਤੀ ਪੁਕਾਰ ਸੁਣ ਲਈ, ਤੇ ਜੇ ਉਸ ਕਰਤੇ ਨੂੰ ਪਰਮਾਤਮਾ ਨੂੰ ਚੇਤੇ ਕਰੋਗੇ ਕਿ ਉਹ ਤੁਹਾਡੀ ਪੁਕਾਰ ਨਹੀਂ ਸੁਣੇਗਾ, ਉਹ ਤੁਹਾਡੀ ਪੁਕਾਰ ਵੀ ਸੁਣੇਗਾ। ਉਸ ਦੇ ਉੱਪਰ ਕਿਤੇ ਭਰੋਸਾ ਰੱਖਿਆ ਜਾਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਪਾਵਨ ਬਾਣੀ ਕਹਿਣ ਤੋਂ ਭਾਵ ਕਿ ਸਾਰੀ ਹਿੰਦੀ ਅਤੇ ਬ੍ਰਿਜ ਭਾਸ਼ਾ ਅੰਦਰ ਹੈ, ਜੇ ਥੋੜਾ ਜਿਹਾ ਕਿਤੇ ਧਿਆਨ ਦਈਏ ਤੇ ਬਿਨਾਂ ਅਰਥਾਂ ਤੋਂ ਵੀ ਸਾਨੂੰ ਸਾਹਿਬ ਜੀ ਦਾ ਉਪਦੇਸ਼ ਜਿਹੜਾ ਹੈ ਉਹ ਸਮਝ ਅੰਦਰ ਆ ਜਾਂਦਾ ਹੈ ਕਿ ਸਭ ਸੁਖ दाता राम है, दूसर नाहिन कोई, कि दूसरा होर कोई नहीं, सारे सुख गुरु दी शरण विचों मिल जाणगे। इत्थे ये नहीं कहा कि जे किते अंदर दी खुराक अध्यात्मक मार्ग दा पांधी बनना है ते फिर इस दर ते आके पुकार करी ते इस घर विचों एक दी ही आवाज आएगी। सहम कहन लगे नहीं, जे दुनिया दे सुख दुनिया दे पदार्थां दी भी मंग चाहुंदा है ते ओ भी तां इसे दर तो ही मिलेगा। ये नहीं कि दुनिया दे सुख देण वास्ते गुरु ने तैनूं किसे होर पासे वल तोर देना है। साहब ने पावन बाणी अंदर बचन कीता, कहन लगे साजनो तू मीत मेरा, ग्रह तेरे सबके, मान मांगो तान मांगो धन, लक्ष्मी सुत दे कि दुनिया दा पैसा भी तेरे दर तो मंग रहा,
ਦੁਨੀਆ ਦਾ ਘਰ ਸੁਖ ਵੀ ਸਾਰਾ ਤੇਰੇ ਤੋਂ ਮੰਗ ਰਿਹਾ। ਜਦੋਂ ਭਗਤ ਧੰਨਾ ਜੀ ਦੇ ਇਹ ਬਚਨਾਂ ਨੂੰ ਕਿਤੇ ਪੜ੍ਹਦੇ ਆ, ਜਿੱਥੇ ਜਾ ਕੇ ਉਹ ਆਰਤੀ ਦੇ ਅੰਦਰ ਬਚਨ ਸ਼ਾਮਲ ਕਰ ਦਿੱਤੇ ਗਏ। ਵੈਸੇ ਉਹ ਆਰਤੀ ਸੰਬੰਧੀ ਬੋਲ ਨਹੀਂ ਸਨ, ਪਰ ਕੁਝ ਵਿਦਵਾਨਾਂ ਨੇ ਨਾ ਧਿਆਨ ਦਿੰਦਿਆਂ ਹੋਇਆਂ ਜਿਸ ਵਕਤ ਆਰਤਾ ਸ਼ਬਦ ਆ ਗਿਆ ਤੇ ਬਸ ਉਸੇ ਵਕਤ ਸਮਝ ਲਿਆ ਕਿ ਇਹ ਆਰਤੀ ਦਾ ਸ਼ਬਦ ਹੈ। ਇੱਕ ਪਾਸੇ ਆਰਤੀ ਹੋਵੇਗੀ, ਇੱਕ ਪਾਸੇ ਆਰਤਾ ਸ਼ਬਦ ਆ ਗਿਆ ਤੇ ਇਹ ਵੀ ਬਸ ਆਰਤੀ ਦੇ ਹੀ ਨਾਲ ਰਿਲੇਟਡ ਹੋਏਗਾ। ਪਰ ਨਹੀਂ, ਜਦੋਂ ਉਸ ਵਿੱਚੋਂ ਵੀ ਕਿਤੇ ਆਪਾਂ ਬੋਲ ਪੜਦੇ ਆ ਤੇ ਉਸ ਵਿੱਚ ਵੀ ਦੁਨੀਆ ਦੇ ਇਹਨਾਂ ਪਦਾਰਥਾਂ ਦੀ ਹੀ ਮੰਗ, ਇੱਥੋਂ ਤੱਕ ਕਿ ਘਰ ਵਾਲੀ ਜਿਹੜੀ ਔਰਤ ਹੈ ਉਹ ਵੀ ਸੁਚੱਜੀ ਸਿਆਣੀ ਚਾਹੀਦੀ ਹੈ। ਦੁਨੀਆ ਦੇ ਲੋਕ ਘਰ ਨੂੰ, ਪਰਿਵਾਰ ਨੂੰ, ਬੱਚਿਆਂ ਨੂੰ ਛੱਡ ਕੇ ਪਹਾੜਾਂ ਤੇ ਚੜ੍ਹਦੇ ਜਾਂਦੇ ਸਨ, ਪਰ ਇਹ ਘਰ ਕਹੇਗਾ ਘਰ ਕੀ ਗੀਖਨ ਚੰਗੀ ਜਨ ਧੰਨਾ ਲੇਵੈ ਮੰਗੀ, ਕਿ ਮੈਨੂੰ ਘਰ ਵਾਲੀ ਵੀ ਸਿਆਣੀ, ਘਰ ਵਾਲੀ ਵੀ ਸੁਚੱਜੀ ਚਾਹੀਦੀ ਹੈ। ਅਰਮਤਾ ਦੇ ਉਹ ਬੋਲ ਨੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਅੱਗੇ ਬਚਨ ਦੁਨੀਆ ਦੇ ਇਹਨਾਂ ਪਦਾਰਥਾਂ ਦੇ ਹਨ ਕਿ ਦਾਲ, ਸਿੱਧਾ ਦਾ ਅਰਥ ਹੈ ਆਟਾ, ਕਿਉਂਕਿ ਮੁੱਢਲੀ ਸਾਡੀ ਇਹੀ ਲੋੜ ਹੈ। ਪ੍ਰਸ਼ਾਦਾ ਪਾਣੀ ਘਰ ਦੇ ਅੰਦਰ ਚਾਹੀਦਾ ਹੈ। ਇਹ ਨਾ ਕੋਈ ਮੈਂ ਬੰਦਗੀ ਕਰਨ ਵਾਸਤੇ ਬੈਠਾ ਤੇ ਘਰ ਵਾਲੇ, ਪਰਿਵਾਰ ਵਾਲੇ ਆ ਕੇ ਵਾਰ-ਵਾਰ ਉਠਾ ਦੇਣ ਕਿ ਘਰ ਅੰਦਰ ਤਾਂ ਦਾਲ ਹੀ ਕੋਈ ਨਹੀਂ, ਘਰ ਦੇ ਅੰਦਰ ਆਟਾ ਹੀ ਕੋਈ ਨਹੀਂ, ਸਭ ਕੁਝ ਮੈਨੂੰ ਪਹਿਲਾਂ ਦੇ ਦੇ। ਦਾਲ ਸਿੱਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪੰਨੀਆਂ ਸਾਧਨ ਨਿਕਾ, ਅਨਾਜ ਮੰਗੋ ਸਤ ਸੀਕਾ। ਪੰਨੀਆਂ ਸਾਧਨ ਨਿਕਾ, ਅਨਾਜ ਮੰਗੋ ਸਤ ਸੀਕਾ। ਸਾਡੇ ਵਿੱਚ ਵੀ ਕੁਝ ਐਸੇ ਭਰਮੀ, ਦੇਖੋ ਸਤਿਗੁਰੂ ਦਾ ਘਰ ਕਹਿ ਰਿਹਾ ਹੈ ਕਿ ਪੈਰਾਂ ਅੰਦਰ ਜੁੱਤੀ ਵੀ ਵਧੀਆ ਚਾਹੀਦੀ ਏ। ਪੰਨੀਆਂ ਦਾ ਅਰਥ ਹੈ ਪੈਰਾਂ ਅੰਦਰ ਪਾਉਣ ਵਾਲਾ ਜੋੜਾ। ਪਰ ਅਸੀਂ ਕਈ ਵਾਰ ਦੂਸਰਿਆਂ ਦੀ ਨਕਲ ਕਰਦਿਆਂ ਹੋਇਆ ਗੁਰੂ ਘਰਾਂ ਵੱਲ ਸਾਡੀਆਂ ਮਾਤਾਵਾਂ ਭੈਣਾਂ ਨੰਗੇ ਪੈਰੀ ਆਉਣ ਦਾ ਯਤਨ ਕਰਨਗੀਆਂ। ਸਤਿਗੁਰੂ ਦਾ ਘਰ ਨਹੀਂ ਕਹਿੰਦਾ ਕਿ ਨੰਗੇ ਪੈਰੀ ਆਪਣੇ ਵੱਲੋਂ ਇਸ ਘਰ ਵੱਲ ਆਓ। ਜੇ ਰਸਤੇ ਅੰਦਰ ਕਿਤੇ ਕੰਡਾ ਲੱਗ ਜਾਏ, ਕੁਝ ਹੋਰ ਪੈਰ ਅੰਦਰ ਲੱਗ ਜਾਏ, ਕੀ ਤੂੰ ਸਹੀ ਸਲਾਮਤ ਇਸ ਘਰ ਤੱਕ ਪਹੁੰਚ ਸਕਦਾ ਹੈ? ਸਤਿਗੁਰੂ ਦਾ ਘਰ ਤੇ ਕਹਿੰਦਾ ਜੁੱਤੀ ਵਧੀਆ ਪੈਰਾਂ ਅੰਦਰ ਚਾਹੀਦੀ ਏ, ਕੱਪੜਾ ਤੇਰੇ ਸਰੀਰ ਉੱਪਰ ਵਧੀਆ ਚਾਹੀਦਾ ਹੈ। ਅਸੀਂ ਬਹੁਤਾਤ ਜਿਸ ਦਾ ਕੱਪੜਾ ਮੈਲਾ ਹੋਵੇ, ਗਲ ਅੰਦਰ 2-4 ਮਾਲਾ ਪਾਈਆਂ ਹੋਣ, ਸਿਰ ਦੇ ਉੱਪਰ ਗੋਲ ਦਸਤਾਰ ਬੰਨੀ ਹੋਏ ਤੇ ਅਸੀਂ ਕਹਿੰਦੇ ਹਾਂ ਇਹ ਭਗਤ ਹੈ, ਇਹ ਸੰਤ ਹੈ। ਪਰ ਸਤਿਗੁਰੂ ਦੀ ਪਾਵਨ ਬਾਣੀ ਇਹ ਸੰਤ ਦੇ, ਭਗਤ ਦੇ ਕੋਈ ਲੱਛਣ ਇਸ ਤਰ੍ਹਾਂ ਦੇ ਬਿਆਨ ਨਹੀਂ ਕਰ ਰਹੀ। ਕਹਿਣ ਲੱਗੇ ਦੁਕਾਨ ਤੇ ਬੈਠਾ ਕਾਰੋਬਾਰ ਕਰਦਾ ਹੋਇਆ, ਜਗਤ ਦੇ ਅੰਦਰ ਪਰਿਵਾਰ ਦੀ, ਮਨੁੱਖਤਾ ਦੀ ਸੰਭਾਲ ਕਰਦਾ ਹੋਇਆ ਵੀ ਕੋਈ ਸੰਤ ਹੋ ਸਕਦਾ ਹੈ। ਪੰਨੀਆਂ ਸਾਧਨ ਨਿਕਾ, ਅਨਾਜ ਮੰਗੋ ਸਤ ਸੀਕਾ। ਭੁੱਖੇ ਨਹੀਂ ਰਹਿਣਾ ਕਿ ਅਸੀਂ ਪ੍ਰਸ਼ਾਦੇ ਪਾਣੀ ਦਾ ਤਿਆਗ ਕਰ ਦਈਏ। ਅੰਨ ਪਾਣੀ ਸਾਡੇ ਵਾਸਤੇ ਹੀ ਬਣਾਇਆ ਹੋਏ ਤੇ ਅਸੀਂ ਕਹੀਏ ਪ੍ਰਸ਼ਾਦਾ ਨਹੀਂ ਛਕਣਾ। ਸਾਹਿਬ ਕਹਿਣ ਲੱਗੇ ਨਹੀਂ, ਅਨਾਜ ਮੰਗੋ ਸਤ ਸੀਕਾ। 7 ਸੀਆਂ, 7 ਵਾਰੀ ਮਾਨੋ ਭਾਵ ਜਿਸ ਨੂੰ ਚੰਗੀ ਤਰ੍ਹਾਂ ਖੇਤ ਨੂੰ ਵਾਹਿਆ ਗਿਆ ਹੋਵੇ ਉਹ ਅਨਾਜ ਸਾਡੇ ਘਰ ਦੇ ਅੰਦਰ ਆਵੇ। ਸਾਡੇ ਕੋਈ ਮਾੜਾ ਮੋਟਾ ਅਨਾਜ ਘਰ ਦੇ ਅੰਦਰ ਨਹੀਂ ਆਉਣਾ ਚਾਹੀਦਾ। ਅਨਾਜ ਮੰਗੋ ਸਤ ਸੀਕਾ। ਫਿਰ ਕਹਿਣ ਲੱਗੇ ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਖਨ ਚੰਗੀ ਜਨ ਧੰਨਾ ਲੇਵੈ ਮੰਗੀ। ਕਹਿਣ ਲੱਗੇ ਸਭ ਕੁਝ ਤੇਰੇ ਤੋਂ ਮੰਗਣਾ ਹੈ, ਕਿਉਂਕਿ ਸਭ ਸੁਖ ਦਾਤਾ RAM ਹੈ। ਦੂਸਰ ਨਾ ਕਿਨ ਕੋਏ, ਤੇਰੇ ਤੋਂ ਬਿਨਾ ਹੋਰ ਕੋਈ ਸਾਡਾ ਸਹਾਰਾ ਕੋਈ ਨਹੀਂ। ਜਗਤ ਦੇ ਅੰਦਰ ਕੋਈ ਸਾਡਾ ਮਿੱਤਰ ਹੋਵੇ, ਕੋਈ ਦੋਸਤ, ਕੋਈ ਸੰਬੰਧੀ ਹੋਵੇ, ਜਿਸ ਵੀ ਅਸਥਾਨ ਤੇ ਕਿਤੇ ਉਹ ਕੰਮ ਕਰਦਾ ਹੋਏ, ਸਿਰਫ ਉਸੇ ਹੀ ਡਿਪਾਰਟਮੈਂਟ ਦੇ ਅੰਦਰ ਸਾਡਾ ਕੋਈ ਸਵਾਰ ਸਕਦਾ ਹੈ। ਔਰ ਕਈ ਵਾਰੀ ਉਹ ਸਾਨੂੰ ਕਹਿ ਵੀ ਦੇਗਾ, ਜੇ ਕੋਈ ਬੈਂਕ ਦੇ ਅੰਦਰ ਲੱਗਾ ਹੋਇਆ ਹੈ ਤੇ ਉਹ ਸਾਨੂੰ ਕਹਿ ਦੇਗਾ ਬੈਂਕ ਦੇ ਅੰਦਰ ਕਿਤੇ ਕੋਈ ਕੰਮ ਪੈ ਗਿਆ ਤੇ ਆ ਕੇ ਮੈਨੂੰ ਦੱਸੀ, ਤੇਰਾ
ਮੇਰਾ ਰੁਕਿਆ ਹੋਇਆ ਉਹ ਕੰਮ ਮੈਂ ਕਰਵਾ ਦੇਵਾਂਗਾ। ਜੇ ਕੋਈ ਸਾਡਾ ਸੰਬੰਧੀ ਸਕੂਲ ਅੰਦਰ ਲੱਗਾ ਹੋਇਆ ਹੈ ਤੇ ਉਹ ਵੀ ਕਹਿ ਸਕਦਾ ਹੈ ਕਿ ਜਿਸ ਦਿਨ ਕਿਤੇ ਮੇਰੀ ਲੋੜ ਪੈ ਗਈ ਮੈਨੂੰ ਯਾਦ ਕਰ ਲਈ, ਮੈਂ ਇਹ ਤੇਰਾ ਕੰਮ ਬੜੀ ਜਲਦੀ ਕਰਵਾ ਸਕਦਾ। ਪਰ ਸਿਰਫ ਆਪਣੇ ਹੀ ਉਹ ਮਹਿਕਮੇ ਤੱਕ ਸੀਮਿਤ ਹੈ। ਕੋਈ ਆਰਮੀ ਅੰਦਰ ਹੋ ਸਕਦਾ ਹੈ, ਕੋਈ ਪੁਲਿਸ ਦੇ ਅੰਦਰ ਹੋ ਸਕਦਾ ਹੈ, ਜਿੱਥੇ ਜਿੱਥੇ ਵੀ ਕੋਈ ਕੰਮ ਕਰਵਾ ਰਿਹਾ ਕਰ ਰਿਹਾ ਹੈ, ਇੱਕ ਦੋ ਮਹਿਕਮਿਆਂ ਅੰਦਰ ਜਾਣ ਪਛਾਣ ਹੋ ਸਕਦੀ ਏ, ਪਰ ਉਹ ਇਹ ਤੇ ਨਹੀਂ ਕਹਿ ਸਕਦਾ ਕਿ ਮੈਂ ਤੇਰੇ ਸਾਰੇ ਕੰਮ ਕਰਵਾ ਦਿਆਂਗਾ। ਪਰ ਇੱਥੇ ਸਾਹਿਬ ਕਹਿ ਰਹੇ ਨੇ ਸਭ ਸੁੱਖ ਦਾਤਾ ਰਾਮ ਹੈ, ਸਭ ਕੁਝ ਹੀ ਤੁਸੀਂ ਕਰਨ ਵਾਲੇ ਹੋ, ਸਾਰੀਆਂ ਗੱਲਾਂ ਦੇ ਹਰ ਚੀਜ਼ ਦੇ ਦਾਤੇ ਹੀ ਤੁਸੀਂ ਹੋ। ਜੇ ਬੱਚਿਆਂ ਦਾ ਆਨੰਦ ਕਾਰਜ ਨਹੀਂ ਹੋ ਰਿਹਾ ਤਾਂ ਇੱਥੇ ਅਰਦਾਸ, ਜੇ ਸਮਾਂ ਪਾ ਕੇ ਆਨੰਦ ਕਾਰਜ ਹੋ ਗਿਆ ਸ਼ੁਕਰਾਨਾ ਕੀਤਾ ਤਾਂ ਇੱਥੇ ਅਰਦਾਸ, ਜੇ ਇਸ ਘਰ ਅੰਦਰ ਫਿਰ ਬੱਚੇ ਨਹੀਂ ਹੋਏ ਸਮਾਂ ਪਾ ਕੇ ਤੇ ਫਿਰ ਆ ਕੇ ਇੱਥੇ ਅਰਦਾਸ, ਜੇ ਬੱਚੇ ਹੋਏ ਫਿਰ ਸ਼ੁਕਰਾਨਾ ਫਿਰ ਅਰਦਾਸ, ਜੇ ਬੱਚੇ ਸਕੂਲ ਅੰਦਰ ਜਾ ਰਹੇ ਨੇ ਫਿਰ ਸ਼ੁਕਰਾਨਾ ਕਰਦਿਆਂ ਅਰਦਾਸ, ਉਸ ਤਰ੍ਹਾਂ ਹੀ ਅੱਗੇ ਚੱਲੀ ਜਾਏਗਾ। ਫਿਰ ਉਸ ਦਾ ਆਨੰਦ ਕਾਰਜ, ਫਿਰ ਉਸ ਸੰਬੰਧੀ ਅਰਦਾਸ। ਕਿਤੇ ਸਤਿਗੁਰੂ ਇਹ ਨਹੀਂ ਕਹਿੰਦੇ ਕਿ ਇਸ ਦਰ ਤੋਂ ਛੱਡ ਕੇ ਕਿਸੇ ਹੋਰ ਦਾਤੇ ਦੇ ਕੋਲ ਤੁਹਾਨੂੰ ਜਾਣਾ ਪਏਗਾ, ਉੱਥੋਂ ਹੀ ਤੁਹਾਡੀ ਲੋੜ ਪੂਰੀ ਹੋਵੇਗੀ। ਨਹੀਂ, ਹਰ ਪਾਸੇ ਇੱਥੇ ਹੀ ਤਰਲਾ ਬੇਨਤੀ ਲਿਆ ਜਾਏਗਾ, ਕਿਉਂਕਿ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਇਹ ਦਾਤਾ ਹਰ ਇੱਕ ਲੋੜ ਜਿਹੜੀ ਹੈ ਉਹ ਪੂਰੀ ਕਰਦਾ ਹੈ। ਜੇ ਇਤਿਹਾਸ ਵੱਲ ਕਿਤੇ ਨਜ਼ਰ ਮਾਰਦੇ ਆ, ਗੁਰੂ ਤੇਗ ਬਹਾਦਰ ਪਾਤਸ਼ਾਹ ਜਾਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਉਹ ਸਮਾਂ ਜਿਸ ਵਕਤ ਇਸ ਘਰ ਦੇ ਵਿੱਚ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਮੱਖਣ ਸ਼ਾਹ ਲੁਬਾਣਾ ਉਹ ਥਾਂ ਥਾਂ ਤੇ ਵਿਚਰਦੇ ਹਨ, ਔਰ ਦੇਖੋ ਕਿੰਨੀ ਵੱਡੀ ਬਖਸ਼ਿਸ਼ ਰਹਿਮਤ ਹੈ ਉਸ ਗੁਰੂ ਕੇ ਪਿਆਰੇ ਸਿੱਖ ਦੇ ਉੱਪਰ। ਮੈਂ ਜ਼ਿਕਰ ਕਰ ਰਿਹਾ ਕਿ ਸਭ ਸੁੱਖ ਦਾਤਾ ਰਾਮ ਹੈ। ਜਿਸ ਵਕਤ ਉਹ ਥਾਂ ਥਾਂ ਤੇ ਪ੍ਰਚਾਰ ਕਰਦਾ ਹੈ ਤੇ ਨਾਲ ਨਾਲ ਉਸ ਦੇ ਜਹਾਜ਼ ਚੱਲ ਰਹੇ ਨੇ, ਔਰ ਕਿੱਡਾ ਵੱਡਾ ਉਹ ਵਪਾਰੀ ਜਿਸ ਦੇ ਜਹਾਜ਼ ਚੱਲਦੇ ਹੋਣ ਫਿਰ ਵੀ ਉਹ ਗੁਰੂ ਲਈ ਸਮਾਂ ਕੱਢ ਲੈਂਦਾ ਹੈ। ਸਾਡੇ ਕੋਲ ਤਾਂ ਕਿਤੇ ਛੋਟੀ ਜੀ ਗੱਡੀ ਮਿਲ ਜਾਏ ਤੇ ਅਸੀਂ ਤਾਂ ਵੀ ਰੱਬ ਨੂੰ ਭੁੱਲ ਜਾਂਦੇ ਆ, ਪਰ ਉਸ ਦੇ ਜਹਾਜ਼ ਚੱਲ ਰਹੇ ਨੇ ਤੇ ਉਹ ਫਿਰ ਵੀ ਸਤਿਗੁਰੂ ਦੇ ਨਾਲ ਜੁੜਿਆ ਹੋਇਆ ਹੈ। ਸ਼ੁਕਰਾਨਾ ਕਰਦਾ ਹੈ ਜਿਸ ਵਕਤ ਸਤਿਗੁਰੂ ਦੀ ਸ਼ਰਨ ਅੰਦਰ ਆਉਂਦਾ ਹੈ, ਜਿਸ ਅਸਥਾਨ ਤੇ ਵੀ ਉਹ ਪ੍ਰਚਾਰ ਕਰਦਾ ਹੈ, ਸੰਗਤਾਂ ਦਾ ਦਸਵੰਧ ਲੈ ਕੇ ਉਹ ਸਤਿਗੁਰੂ ਦੀ ਸ਼ਰਨ ਅੰਦਰ ਪਹੁੰਚਦਾ ਹੈ। ਪਹਿਲਾਂ 7ਵੇਂ ਪਾਤਸ਼ਾਹ ਕੋਲ ਆਉਂਦਾ ਰਿਹਾ, ਫਿਰ 8ਵੇਂ ਪਾਤਸ਼ਾਹ ਦੇ ਕੋਲ ਉਹ ਵਿਚਰਦਾ ਰਿਹਾ। ਜਿਸ ਦਿਨ ਇਤਿਹਾਸ ਕਹਿੰਦਾ ਉਸ ਦਾ ਬੇੜਾ ਜਿਹੜਾ ਇਤਿਹਾਸ ਕਹਿੰਦਾ ਹੈ ਕਿ ਡੁੱਬਣ ਲੱਗਦਾ ਹੈ, ਉਹ ਟੂਰ ਤੇ ਜਦੋਂ ਨਿਕਲਣ ਲੱਗਦਾ ਹੈ ਤੇ ਉਸ ਸਮੇਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਗੁਰਤਾ ਗੱਦੀ ਉੱਪਰ ਬਿਰਾਜਮਾਨ ਨੇ। ਉਹਨਾਂ ਦੀ ਸ਼ਰਨ ਅੰਦਰ ਅਰਦਾਸ ਕਰਕੇ ਤੇ ਜਿਸ ਵਕਤ ਇਹ ਦੂਰ ਕਿਤੇ ਚਲਾ ਗਿਆ, ਉਥੋਂ ਵਪਾਰ ਕਰਦਾ ਹੋਇਆ ਜਹਾਜ਼ ਆਪਣੇ ਰਾਹੀਂ ਵਾਪਸ ਆ ਰਿਹਾ ਹੈ ਤੇ ਹੁਣ ਗੁਜਰਾਤ ਦਾ ਜਿਹੜਾ ਇਲਾਕਾ ਹੈ ਸੂਰਤ ਦੀ ਬੰਦਰਗਾਹ ਤੇ ਆ ਕੇ ਇਸ ਦਾ ਬੇੜਾ ਜਿਹੜਾ ਹੈ ਉਹ ਡੁੱਬਣ ਲੱਗਦਾ ਹੈ। ਹੁਣ ਉੱਥੇ ਇਸ ਨੇ ਅਰਦਾਸ ਬੇਨਤੀ ਕੀਤੀ ਹੈ ਕਿ ਹੇ ਗੁਰੂ ਨਾਨਕ ਸਾਹਿਬ ਦੇ ਘਰ, ਇਹ ਤੇਰੇ ਉੱਪਰ ਹੀ ਭਰੋਸਾ ਮੈਂ ਰੱਖ ਕੇ ਤਰਲਾ ਲੈ ਰਿਹਾ, ਤੇਰੇ ਤੋਂ ਬਿਨਾ ਸਹਾਰਾ ਕੋਈ ਨਹੀਂ, ਸਭ ਸੁਖ ਦਾਤਾ ਰਾਮ ਹੈ, ਤੂੰ ਹੀ ਮੇਰਾ ਸਦੀਵ ਕਾਲ ਲਈ ਸਹਾਰਾ ਹੈ। ਬੇੜਾ ਡੁੱਬਦਾ ਜਾ ਰਿਹਾ ਹੈ, ਹੇ ਮੇਰੇ ਮਾਲਕ, ਮੈਂ ਤੇਰੇ ਘਰ ਵਿੱਚੋਂ ਇਹ ਬਚਨ ਪੜੇ ਹਨ ਕਿ ਕੋਈ ਵੀ ਕੰਮ ਕਰੀਏ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਐ। ਬਹੁਤਾਤ ਇਹ ਵੀ ਬਚਨ ਜਿਹੜੇ ਹਨ ਅਸੀਂ ਵਿਆਹ ਕਾਰਜ ਤੱਕ ਸੀਮਿਤ ਕਰ ਦਿੱਤੇ ਨੇ, ਨਹੀਂ ਕਿਤੇ ਵੀ ਆਪਾਂ ਕੋਈ ਕਾਰਜ ਆਰੰਭ ਕਰੀਏ ਇਹ ਬਚਨ ਪੜੇ ਜਾ ਸਕਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਕਿ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਐ ਕਿ ਹੇ ਮੇਰੇ ਮਾਲਕ, ਜਿਸ ਵਕਤ ਮੈਂ ਤੁਰਿਆ ਸਾਂ
तेरे चरना अंदर अरदास कीती सी, अज बेड़ा डुबदा जा रहा है, अज फिर तेरे चरना अंदर अरदास है। ते इतिहास कहंदा ये नहीं सी जानदा कि गुरु हरकृष्ण पातशाह ज्योति जोत समा चुके ने और वो दिल्ली दी धरती ते ये बचन कर गए ने कि बाबा बसे ग्राम बकाले बन गुरु संगत सकल संभाले। जे किते पता हुंदा ते बाबे बकाले दी धरती ते जाके बड़ी जल्दी पछाण लैंदा, क्योंकि अरदास पहला गुरु नानक साहब दे घर अंदर 8वें पातशाह कोल कीती हुई है। उस तो बाद अरदास बेनती करदा ते बेड़ा किनारे लग जांदा है। जिस वक्त वापस आउंदा है हुण शुकराना करना चाहुंदा है, मोहरा भेटा करना चाहुंदा है, संगतां दी दसवंद गुरु घर अंदर भेटा करनी चाहुंदा है। दिल्ली दी धरती ते आके पता लगदा है गुरु हरकृष्ण पातशाह ज्योति जोत समा चुके ने, पर इन्ने बचन कर गए ने कि बाबा हुण बकाले दी धरती ते है। पैंडे नूं तय कर दिया, अपने साथियां नूं नाल लैंदा होया ये बकाले दी धरती ते पहुंच गया है। हुण अगे उथे 22 पखंडी जेड़े हन ਉਹ ਵੱਖ-ਵੱਖ ਗੁਰੂ बन के बैठे हुए ने। हुण समझ कोई नहीं आउंदी कि इत्थे असल गुरु केड़ा है। हुण फिर एक तवार कहंदी है कि अरदास बेनती कीती गई, क्योंकि सब सुख दाता राम है, दूसर ना हिन कोई। ये कोई कच्चा पिल्ला गुरु का सिख नहीं कि किसे अगे ही माया भेंट करके बस उसे वक्त वापस मुड़ जाएगा। अज असीं बहुतात इन्हां गल्लां नूं नहीं सोचदे। सहम कहन लगे दान किथे करना है, इस नूं भी सोच के विचार के चलिया कर। अकली सायम सेविए, अकली पाइए मान, अकली पढ़ के बुझिए, अकली कीचे दान। सहम कहन लगे अकल दे नाल सोच विचार के जिथे लोड़ है उथे दान पुन करिया कर। ये ना कोई जिहड़ा पहला ही रजिया होया है बस उसे संस्था नूं होर भेंट करी जाए ते दूसरे दे गरीब दे शायद घर भी ना बने होण। ये भाई मक्खण शाह जिस वक्त बाबे बकाले दी धरती ते पहुंचदा है उथे 22 पखंडी बैठे, कोई नहीं समझ कोई नहीं पैंदी, पर एक गुरु नूं आराधन वाला है कि सब सुख दाता राम है, दूसर ना हिन कोई। हुण फिर अरदास कीती मेरे मालक कदी शरीरक तौर ते मैं तरला लिया सी गुजरात दी धरती ते बेड़ा डुबदा जा रहा सी, तो बाहरी तौर ते ए बेड़ा किनारे ला दिता। अज मेरे मालक जी शरीरक तौर ते बेड़ा ते किनारे लग गया, अज मन दा बेड़ा डुबदा जा रहा है। समझ नहीं पै रही असल गुरु कौन है। हुण कीती हुई अरदास उथे प्रवान हुंदी है ते किसे ने आके कह दिता कि एक होर नेड़े भोरे दे अंदर गुरु रहिंदा है, बाबा रहिंदा है, जा उस दे कोल जाके देख ले, शायद तेरी भावना पूरी हो जाए। बस इसे तरह ही होया। रहिंदे पैंडे नूं तय करके गुरु दी शरण अंदर जांदे ने। जे पहलियां कोल 2-2 ਜਾਂ 5-5 मोहरा भेटा कीतियां ते अज इस बाबे दे कोल भी आके उसे तरह कुछ क मोहरा भेटा कर दित्तियां। पर सतगुरु दी पावन बाणी कहंदी है कि जेड़ा जपण वाला है उस दा ओरा, उस दी वाइब्रेशन जिहड़ी है वो इन्नी जबरदस्त वो उस प्यारे नूं खिच लैंदी है। उस दे हिरदे अंदर आनंद पैदा हो जाता है। जिस मिले मन होए आनंद सो सतगुर कहिए, मन की दुविधा बिनस जाए, हर परम पद लईए, मन दी दुविधा बिनसन लगदी है। इस स्थान ते जदों आके उसे तरह 2-5 मोहरा भेटा कीतियां ते गुरु तेग बहादुर साहब अगों कह देंदे ने कि ऐ भाई मक्खण शाह इस घर दे अंदर वादा 500 दा है। जो इतिहासकारां ने बचन लिखे हन कि इस घर दे अंदर 500 मोहरां दा जिक्र कीता सी, अज 5-7 मोहरा रख के ते बाकी गुरु घर दी माया अपने कोल रखना चाहुंदे हो।
ਜਦੋਂ ਸਤਿਗੁਰੂ ਨੇ ਕੁਝ ਕੁ ਇਸ ਤਰ੍ਹਾਂ ਦਾ ਇਸ਼ਾਰਾ ਕਰ ਦਿੱਤਾ, ਉਸੇ ਵਕਤ ਨੈਣਾ ਵਿੱਚੋਂ ਨੀਰ ਵਹਿ ਤੁਰੇ ਕਿ ਅਸਲ ਗੁਰੂ ਲੱਭ ਗਿਆ। ਚਰਨਾਂ ਤੇ ਡਿੱਗੇ ਪਰ ਉਥੋਂ ਤੱਕ ਸੀਮਤ ਨਹੀਂ ਰਹੇ, ਕਿਉਂਕਿ ਜਿਹੜਾ ਰੱਬ ਦਾ ਪਿਆਰਾ ਹੈ ਉਹ ਯਤਨ ਕਰਦਾ ਹੈ, ਜੇ ਮੇਰੇ ਉੱਪਰ ਬਖਸ਼ਿਸ਼ ਰਹਿਮਤ ਹੋ ਗਈ ਤੇ ਇਹ ਕਿਰਪਾ ਦੂਸਰਿਆਂ ਦੇ ਉੱਪਰ ਵੀ ਕਿਤੇ ਹੋ ਜਾਏ। ਆਪ ਜਪੋ ਅਵਰਾ ਨਾਮ ਜਪਾਵੋ, ਭਾਈ ਮੱਖਣ ਸ਼ਾਹ ਤੋਂ ਰਿਹਾ ਨਹੀਂ ਜਾਂਦਾ। ਉਸੇ ਵਕਤ ਕੋਠੇ ਉੱਪਰ ਚੜ ਕੇ ਪੱਲਾ ਫੇਰ ਦਿੱਤਾ, ਗੁਰੂ ਲਾ ਦੋਰੇ, ਗੁਰੂ ਲਾ ਦੋਰੇ। ਇਹ ਦੁਨੀਆ ਦੇ ਲੋਕੋ ਪੂਰਾ ਗੁਰੂ ਲੱਭ ਗਿਆ, ਇਸ ਪੂਰੇ ਗੁਰੂ ਦੀ ਸ਼ਰਨ ਅੰਦਰ ਆ ਜਾਓ। ਪੂਰਾ ਗੁਰੂ ਇਹਨਾਂ ਜੀਵਨ ਅੰਦਰ ਆਨੰਦ ਭਰ ਦਿੰਦਾ ਹੈ। ਸਾਹਿਬ ਦੀ ਪਾਵਨ ਬਾਣੀ ਅੰਦਰ ਜ਼ਿਕਰ ਆਉਂਦਾ, ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵੜੇ ਸੁਣਿਓ, ਬਿਕਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਪੜਿਓ, ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਾਠੋ ਸ੍ਰੀਕੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਛ ਪਰੇਤ ਸੁਰ ਨਰ ਭਏ। ਗੁਰੂ ਅੰਦਰ ਇੰਨੀ ਵੱਡੀ ਤਾਕਤ ਹੈ ਕਿ ਤੇਰੇ ਗਏ ਹੋਏ ਬੀਤੇ ਹੋਏ ਸਵਾਸਾਂ ਨੂੰ ਵੀ ਇਹ ਸਫਲਿਆਂ ਕਰਨ ਦੀ ਤਾਕਤ ਰੱਖਦਾ ਹੈ। ਇਸ ਕਰਕੇ ਸਾਹਿਬ ਕਹਿਣ ਲੱਗੇ, ਥਾਂ ਥਾਂ ਦੇ ਸਹਾਰੇ ਨਾ ਤੱਕਦਾ ਫਿਰ, ਇੱਕ ਗੁਰੂ ਦੀ ਸ਼ਰਨ ਦੇ ਅੰਦਰ ਆ ਜਾ। ਸਭ ਸੁਖ ਦਾਤਾ RAM ਹੈ, ਦੂਸਰ ਨਾਹਿਨ ਕੋਏ, ਕਉ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਉਸ ਨੂੰ ਸਿਮਰਨ ਦੇ ਨਾਲ ਤੇਰਾ ਪਾਰ ਉਤਾਰਾ ਹੋ ਜਾਏਗਾ। ਇਹਨਾਂ ਬਚਨਾਂ ਨੂੰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਰਾਹੀਂ ਪੜ੍ਹਦੇ ਆ ਤੇ ਹੁਕਮ ਰੂਪ ਅੰਦਰ ਵੀ ਇਹ ਕਈ ਵਾਰ ਬੋਲ ਸਾਂਝੇ ਹੁੰਦੇ ਹਨ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ, ਜਪ ਮਨ ਸਤਨਾਮ। ਕਿੰਨਾ ਸਮਾਂ? ਸਦਾ ਸਤਨਾਮ, ਹਲਤ ਪਲਤ ਮੁਖੀ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ, ਤੈ ਉਪਾਦਗਤ ਕੀਨੀ, ਵਡਭਾਗੀ ਕਰ ਜਪਣਾ। ਸਾਹਿਬ ਕਹਿਣ ਲੱਗੇ, ਵਡਭਾਗੀ ਕਣ ਜਿਹੜੇ ਗੁਰੂ ਨੂੰ ਜਪਦੇ ਨੇ, ਉਹਨਾਂ ਦੇ ਹਿਰਦਿਆਂ ਵਿੱਚੋਂ ਕਲੇਸ਼, ਉਹਨਾਂ ਦੇ ਹਿਰਦਿਆਂ ਵਿੱਚੋਂ ਵਿਕਾਰਾਂ ਦਾ ਝਗੜਾ ਮੁੱਕ ਜਾਂਦਾ ਹੈ, ਕਿਉਂਕਿ ਸਭ ਸੁਖ ਦਾਤਾ RAM ਹੈ, ਦੂਸਰ ਨਾਹਿਨ ਕੋਏ, ਕਉ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਇਸ ਤਰ੍ਹਾਂ ਦਾ ਹੀ ਉਪਦੇਸ਼ ਅਗਲੇ ਸ਼ਲੋਕ ਅੰਦਰ ਵੀ ਸਾਹਿਬ ਨੇ ਕੀਤਾ ਕਿ ਜੇ ਸਿਮਰਤ ਗਤ ਪਾਈਐ, ਤੇ ਭਜ ਰੇਤੈ ਮੀਤ, ਜਿਸ ਨੂੰ ਸਿਮਰਨ ਦੇ ਨਾਲ ਸਾਨੂੰ ਗਤੀ ਪ੍ਰਾਪਤ ਹੋ ਜਾਏ, ਮੁਕਤੀ ਪ੍ਰਾਪਤ ਹੋ ਜਾਏ। ਇਹ ਦੂਸਰੇ ਲੋਕਾਂ ਵਾਲੀ ਮੁਕਤੀ ਨਹੀਂ, ਇੱਥੇ ਮੁਕਤੀ ਹੈ ਕਿ ਬੰਧਨ ਕੱਟੇ ਜਾਣ, ਕਿਸੇ ਤਰ੍ਹਾਂ ਦਾ ਵੀ ਭਰਮ ਸਾਡੇ ਮਨ ਅੰਦਰ ਨਾ ਰਹੇ। ਜਦੋਂ ਕਿਤੇ ਗੁਰੂ ਕੀ ਪਾਵਨ ਬਾਣੀ ਨੂੰ ਧਿਆਨ ਦੇ ਨਾਲ ਆਪਾਂ ਸੋਚ ਵਿਚਾਰ ਕੇ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਦੀ ਪਾਵਨ ਬਾਣੀ ਨੂੰ ਹੀ ਭਾਵੇਂ ਸ਼ੁਰੂ ਕਰ ਲਈਏ, ਪਹਿਲੀ ਪੌੜੀ ਜਿਹੜੀ ਹੈ ਇਹ ਸਾਨੂੰ ਅੱਗੇ ਨਹੀਂ ਜਾਣ ਦਿੰਦੀ, ਬੜਾ ਧਿਆਨ ਮੰਗਦੀ ਏ। ਜਦੋਂ ਆਪਾਂ ਬੋਲ ਪੜ੍ਹਦੇ ਆ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਸ ਅੰਦਰ ਹੀ ਸਾਹਿਬ ਨੇ 3-4 ਗੱਲਾਂ ਕਰ ਦਿੱਤੀਆਂ ਕਿ ਜੇ ਕਿਤੇ ਧਿਆਨ ਨਾਲ ਵਿਚਾਰੇਗਾ ਤੇ ਬੰਧਨ ਕੱਟੇ ਜਾਣਗੇ। ਸੋਚੈ ਦਾ ਅਰਥ ਕਰ ਲਈਏ, ਇਹ ਇਸ਼ਨਾਨ ਪਾਣੀ ਕਰਨਾ। ਇਸ ਦੇ ਅਰਥ ਵਿਦਵਾਨਾਂ ਨੇ ਵੈਸੇ 2 ਤਰ੍ਹਾਂ ਕੀਤੇ ਹਨ। ਕੁਝ ਕਹਿੰਦੇ ਹਨ ਸਾਡੇ ਸੋਚਿਆ ਕੁਝ ਨਹੀਂ ਹੋਣਾ, ਪਰ ਇਸ ਤਰ੍ਹਾਂ ਹੋ ਜਾਂਦਾ ਹੈ। ਅਸੀਂ ਸੋਚਿਆ ਕਿ ਹੁਣੇ 10-15 ਮਿੰਟਾਂ ਦੇ ਅੰਦਰ ਅੰਦਰ ਸਮਾਪਤੀ ਕਰ ਦੇਣੀ ਹੈ ਤੇ ਆਪਣੇ ਘਰਾਂ ਨੂੰ ਚਲੇ ਜਾਣਾ ਹੈ। ਇਹ ਕੰਮ ਜਿਹੜੇ ਹਨ ਅੱਜ ਕਰਨੇ ਨੇ, ਇਹ ਸੋਚ ਲਿਆ ਤੇ ਸ਼ਾਮ ਤੱਕ ਅਸੀਂ ਗੁਰੂ ਕਿਰਪਾ ਸਦਕਾ ਇਹ ਸਾਰੇ ਕਰ ਵੀ ਲਵਾਂਗੇ। ਤੇ ਫਿਰ ਹੁਣ ਇਹਦੇ ਅਰਥ ਕੀ ਕਰੀਏ? ਸੋਚਿਆ ਸੋਚ ਨਾ ਹੋਵੇ ਕਿ ਆ ਕੁਝ ਅਸੀਂ ਸੋਚਿਆ ਤੇ ਇਹ ਸ਼ਾਮ ਤੱਕ ਹੋਇਆ ਨਹੀਂ। ਇਹ ਅਰਥ ਜਿਹੜੇ ਹਨ ਉਹ ਸਹੀ ਨਹੀਂ ਬੈਠਦੇ। ਪਰ ਜਿਸ ਵਕਤ ਕਿਤੇ ਨੁਕਤਾ ਲਾ ਕੇ ਬਿੰਦੀ ਲਾ ਕੇ ਦੇਖਦੇ ਆ, ਸੋਚੈ, ਕਿਉਂਕਿ ਜਿਸ ਵਕਤ ਆਪਾਂ ਬਾਥਰੂਮ ਵੱਲ ਦੇਖਦੇ ਆ, ਨਜ਼ਰ ਮਾਰਦੇ ਆ, ਉਸ ਉੱਪਰ ਇੱਕ ਬਚਨ ਲਿਖਿਆ ਹੁੰਦਾ ਸ਼ੌਚਾਲਿਆ। ਸ਼ੌਚਾਲਿਆ ਦਾ ਅਰਥ ਇੱਥੇ ਇਸ਼ਨਾਨ ਪਾਨ ਕਰਨਾ।
साफ सफाई करनी। उथों लगदा साहब ने यह बचन लिया कि सोचै सोच ना होवे कि बाहरी जिन्ना मर्जी इशनान कर ले, ये इशनान करके जे तू कहे कि मैं बिल्कुल साफ हो गया ते ये जरूरी नहीं। ये अंदर दे विकार बाहरी इशनान दे नाल साफ नहीं होने, क्योंकि तेरे नालों तां ज्यादा भगत साहबान कह लगे एक मेंढक जेड़ा डड्डू जेड़ा है वो पानी अंदर बहुतात समा बतीत कर देंदा है कि डड्डू नूं कहिए वो पार लग गया। जैसे जल के मज्जन जेगत होवे नित नित मेंढक नावे, जैसे मेंढक तैसे ओए नर फिर जोनी आवे। साहब कह लगे कला बारी इशनान करी जाने। हाँ सतगुरु दा घर यह भी नहीं कहंदा कि इशनान पानी नहीं होना चाहिए। शरीर की साफ सफाई बड़ी जरूरी है, पर जे तू कहे कि मैं इन्ने पाप करन तो बाद एक बारी तीरथ ते जावांगा इशनान करांगा पहले पाप उतर जाणगे ते आउंदे सब कुछ फिर शुरू कर दियांगा, बहुतात इसे तरह हुंदा। अगे जाके साहब ने कहना है कि तीरथ बरत अर दान कर मन में धरे गुमान, नानक नेफल जाते ज्यों कुंचर इशनान। ये सारा कुछ हाथी दे इशनान वांग बन जाएगा। इस करके सतगुरु दी पावन बाणी कहंदी है शरीर दी सफाई कर, मैं रोकदा नहीं, कर इशनान सिमर प्रभ अपना मन तन भय अरोगा, कोट बिगन लाथे प्रभ शरणा प्रगटे भले संजोगा। इशनान करना जरूरी है, पर कह लगे जे तू कहे कि इशनान करके मैं पार हो जाऊंगा, अपना जीवन सुचज्जा नहीं बनावांगा, ते फिर तेरा ये भुलेखा है। सोचै सोच न होवे जे सोची लख वार, इस तरह दे लखां भी इशनान करी जा तां भी कुछ नहीं होना। सोचै सोच न होवी जे सोची लख वार, चुपै चुप न होवी जे लाए रहा लिवतार। कई कहंदे हन असीं बोलना नहीं, असीं मौनी हो गए, पर साहब कहन लगे शरीर दे आ बुल जेड़े हन ये तां चुप करा देगा, रुक जाणगे, पर कहन लगे मन नूं कौन चुप कराएगा। ये तां जेड़े मौनी बन गए मन उन्हां दा भी चुप नहीं होया। सोचे सोच न होवी जे सोची लखवार, चुपै चुप न होवी जे लाए रहा लिवतार। भुखिया भुख न उतरी जे बन्ना पुरियां भार। साहब कहन लगे तृष्णा नहीं मुकनी उस टुटे कोई बंदे दे, दिन रात भावें बन्ना पुरियां भार, भावें सारे जगत दे पदार्थ अपने घर दे अंदर ले आ, इस तरह गल नहीं बनेगी। सह सियाणपा लाखों है, दुनिया दियां चतुराइयां दुनिया अंदर चल जाणगियां, पर इस घर दे अंदर नहीं चलनियां। सैस दा अर्थ हजारां, सह सियाणपा लाखों है तां एक ना चले नाल। हुण सतगुरु नूं एक बेनती करिए, सतगुरु जी लोकां ने ते धर्म दे आई रस्ते फड़े हुए ने, इशनान पानी कर लईए जां चुप कर जाइए, जां असीं ਜਿਹੜੀਆਂ ਚਤੁਰਾਈਆਂ ਨੇ ਸਿਆਣਪਾਂ ਨੇ ਇਹ ਕੁਝ ਦਿਖਾਈਏ ਤੇ ਸ਼ਾਇਦ ਪ੍ਰਵਾਨ ਹੋ ਜਾਈਏ ਕਿ ਤੀਰਥਾਂ ਤੇ ਗਏ ਆ ਕੇ ਲੋਕਾਂ ਨੂੰ ਦੱਸਿਆ ਅਸੀਂ ਇੰਨੇ ਤੀਰਥਾਂ ਤੇ ਗਏ, ਥਾਂ ਥਾਂ ਤੇ ਆ ਕੇ ਕੁਰਲਾਟ ਪਾਈ, ਧਰਮ ਨੇ ਧਰਮ ਦੀਆਂ ਤੇ ਲੋਕਾਂ ਨੇ ਆਈ ਨਿਸ਼ਾਨੀਆਂ ਬਣਾਈਆਂ ਹੋਈਆਂ ਨੇ, ਤੁਸੀਂ ਸਾਰੀਆਂ ਹੀ ਕੰਡੈਮ ਕਰ ਰਹੇ ਹੋ ਤੇ ਫਿਰ ਕਿਵੇਂ ਜੀਵ ਪਾਰ ਲੱਗੇਗਾ। ਸਵਾਲ ਖੜਾ ਕਰ ਦਿੱਤਾ ਕਿਵ ਸੁਚਿਆਰਾ ਹੋਈ ਹੈ, ਫਿਰ ਕਿਵੇਂ ਪਾਰ ਲੱਗੀਏ, ਕਿਵ ਸੁਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ पाल। ते साहब उत्तर देंदे ने हुक्म रजाई चलना नानक लिखिया नाल, बस उस दे हुक्म दे अंदर आ जा, जो गुरु कहंदा है बस उसे मुताबिक चलना शुरू कर दे। असी चलते नहीं बहुतात हम अंधले अंध बिखै बिखराते, क्यों चाले गुर चाली, सतगुर दया करे सुखदाता, हम लावे आपन पाली। कहते सानो शब्द दा पल्ला फड़ा दे। जे ग्वालियर दे किले अंदर 52 राजियां नो शरीरक तौर ते पल्ला फड़ा के बाहर कढ दिते ते सतगुरु गुरु तेग बहादुर साहब जी आप जी दा 400 साला आगमन पुरब मना रहे हैं। किते शब्द रूपी पल्ला फड़ा दिओ ताकि असीं भी भव सागर तो पार हो जाइए। सहम कह लगे जे सिमरत गत पाइए, जिसनों सिमरन दे नाल इन्नी सोझी आ जाए, हर पासे तो सुचेत हो जाइए, ते भज रे तै मीत। ऐ मेरे मित्र उस मालक नूं सिमर, इत्थे आके अपनी सियाणप दा मत्था टेक दे, कह दे प्यारे इन बिद मिलन न जाई,
मैं किए कर्म अनेका, हार प्रयो स्वामी के द्वारे, दीजै बुद्ध विवेका, सानू विवेक बुद्धि बख्श दे ताकि उस विवेक बुद्धि दे नाल एक एक कदम जिहड़ा है वो सोच सोच के धरिया जाए। कहो नानक सुन रे मना, औद घटत है नीत। देखो गुरु तेग बहादुर साहब जी दी पावन बाणी बहुताल सलोकां नूं पढ़ रहे आ ते हर वारी सतगुरु मौत दी ही गल कर रहे ने कि ए मौत एक दिन आ जानी है, आरजा घटदी जा रही है। किसी नूं देख के आपां कह दिंदे आ फलाना मर गया, पर सतगुरु कहंदे नहीं एक दिन अंदर नहीं खत्म होया, वो ते थोड़ा थोड़ा रोज ही मरदा जा रहा सी, एक दिन वो बिल्कुल खत्म हो गया। जिवें एक घड़े अंदर बर्तन दे अंदर पानी पाया, घड़े नूं तेड़ आई, गुरु तेग बहादुर साहब दी की बोल ने, घड़े नूं तेड़ आई ते थोड़ा थोड़ा पानी विचों निकलदा निकलदा एक दिन वो बर्तन खाली हो जाता है। इस तरह आ शरीर रूपी घड़े दे अंदर भी सवासा रूपी पानी पाया होया है, ये भी तां एक एक सवास करके निकलदा जा रहा है। ते साहब कहन लगे चेतना है तो चेत ले, निस दिन में प्राणी, छिन छिन औद बेहात है, फूटे घट ज्यों पानी, जिवें टुੱਟੇ घड़े विचों पानी निकली जाता है, इस तरह सवास निकलते जा रहे ने। कहो नानक सुन रे मना, औद घटत है नीत, आरजा घटती जा रही है। इस करके गुरु दे दिते हुए उपदेश नूं जीवन दे अंदर लियाइए। असीं इस घर अंदर ये ना अरदासां करदे फिरीए कि साडी आरजा लंबी कर दे, वो जिन्नी है उन्नी ही रहनी है, वो ना वध सकदी है ना घट सकदी है, पर सफल तो हो सकदी है। जिन्नी क मिली है उन्नी क आरजा ही सफल कर लो। बाबा बुढ़ा जी सारी आरजा सफल कर गए, साहिबजादे छोटियां छोटियां उम्रां ही सफलियां कर गए। बस इसे तरह गुरु दे उपदेश नूं लैके असीं भी अपने रहिंदे सुवासां नूं सफलियां कर लईए, ताकि इस घर अंदर आया होया साडा सफला हो जाए। सतगुरु किरपा करन, साहिब जी दा दिता होया उपदेश साडे जीवन दा आधार बन जाए। जदों इन्हां बचनां दे मुताबिक चलांगे ते फिर जीण दा आनंद जिहड़ा है वो वखरा ही हो जाएगा। सतगुरु किरपा करन, भुल्लां बख्श लैणीਆਂ जी। वाहिगुरु जी का खालसा, वाहिगुरु जी की फतेह।